ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕੋ ਨਾਨਕ ਹਮ ਨੀਚ ਕਰਮਾ, शरण परे की राखो शर्मा। तुमरी शरण तुम्हारी आशा, तुम ही सजन सुहेले। रागो रागण हार दयाला, नानक कर के गोले। जिराखो राखण हार दयाला, नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हां दी अपार बख्शिश होई है। आप सारे माई भाई धनता दे योग हो। रोजाना ही सतगुरु ਦੀ ਅੰਮ੍ਰਿਤ ਵੇਲੇ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ तमाम ਖੁਸ਼ੀਆਂ ਆਪਣੀ ਝੋਲੀ ਵਿੱਚ ਪਾ ਰਹੇ ਹੋ। ਅੰਮ੍ਰਿਤ ਵੇਲੇ ਨੂੰ ਸੰਭਾਲ ਰਹੇ ਹੋ। ਇਸ ਗੁਰੂ ਸਾਹਿਬ ਦਾ ਤੁਹਾਡੇ ਤੇ ਬਹੁਤ ਵੱਡਾ ਤਰਸ ਹੈ, ਗੁਰੂ ਦੀ ਬਖਸ਼ਿਸ਼ ਹੈ ਤੁਹਾਡੇ ਤੇ, ਜੋ ਆਪ ਅੰਮ੍ਰਿਤ ਵੇਲੇ ਜਾ ਕੇ ਸਤਿਗੁਰੂ ਦੀ ਬਖਸ਼ਿਸ਼ ਝੋਲੀ ਵਿੱਚ ਪਾਉਣ ਦਾ ਯਤਨ ਕਰਦੇ ਹੋ, ਉਦਮ ਕਰਦੇ ਹੋ। ਸੋ ਆਓ, ਜੋ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਦੀ ਵਿਚਾਰ ਅਸੀਂ ਸਾਂਝ ਆਪਸੀ ਮਿਲ ਬੈਠ ਕੇ ਸਤਿਗੁਰੂ ਦੀ ਬਖਸ਼ਿਸ਼ ਸਦਕੇ ਅਸੀਂ ਸਾਂਝ ਕਰਨੀ ਹੈ। 35 ਪੌੜੀਆਂ ਦੀ ਵਿਚਾਰ ਅਸੀਂ ਆਪ ਜੀ ਨਾਲ ਸਾਂਝ ਕੀਤੀ ਹੈ। ਅੱਜ 36ਵੀਂ ਪੌੜੀ ਦੀ ਆਰੰਭਤਾ ਹੋਣੀ ਹੈ, ਕਿਉਂਕਿ 34, 35, 36 ਤੇ 37 ਇਹ ਚਾਰੋਂ ਪੌੜੀਆਂ ਇੱਕੋ ਕਨਸੈਪਟ ਦੇ ਉੱਤੇ ਨੇ। 5 ਖੰਡਾਂ ਦੀ ਵਿਚਾਰ ਇਹਨਾਂ ਚਾਰਾਂ ਪੌੜੀਆਂ ਵਿੱਚ, 2 ਖੰਡਾਂ ਦੀ ਵਿਚਾਰ ਗੁਰੂ ਸਾਹਿਬ ਨੇ ਝੋਲੀ ਵਿੱਚ ਪਾਈ ਹੈ। ਹੁਣ ਸਰਮ ਖੰਡ ਤੇ ਫਿਰ ਅਗਲੀ ਪੌੜੀ ਵਿੱਚ ਕਰਮ ਖੰਡ ਤੇ ਸੱਚਖੰਡ ਦੀ ਵਿਚਾਰ ਅਸੀਂ ਸਾਂਝ ਕਰਨੀ ਹੈ। ਸੋ ਮਨ ਬਿਰਤੀਆਂ ਇਕਾਗਰ ਕਰੀਏ। ਜੇ ਕਿੱਥੇ ਮਨ ਇੱਧਰ ਉੱਧਰ ਭੱਜ ਰਿਹਾ ਹੈ, ਆਵਾਜ਼ ਮਾਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਤੋ ਗੁਰੂ ਮਹਾਰਾਜ ਕਿਰਪਾ ਕਰਨ। ਆਓ ਮਨ ਦੀਆਂ ਗਹਿਰਾਈਆਂ ਵਿੱਚੋਂ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਮੁੜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਪਤਾ ਨਹੀਂ ਕਿਤਨਾ ਕੁ ਮਹਾਰਾਜ ਦਾ ਵੱਡਾ ਜਿਗਰਾ ਹੈ, ਹਿਰਦਾ ਹੈ, ਕਿ ਉਹ ਚਾਹੁੰਦੇ ਨੇ ਸੰਸਾਰ ਦਾ ਜਿਹੜਾ ਵੀ ਜੀਵ ਇਸ ਧਰਤੀ 'ਤੇ ਆਇਆ ਹੈ, ਉਹਨੂੰ ਗੁਰੂ ਸਾਹਿਬ ਚਾਹੁੰਦੇ ਨੇ ਜਿਸ ਤਰ੍ਹਾਂ ਇੱਕ ਬੱਚੇ ਨੂੰ ਪਿਤਾ ਪਿਆਰ ਨਾਲ ਸਮਝਾਉਂਦਾ ਹੈ ਕਿ ਬੱਚਿਆ, ਇਹ ਕੰਮ ਤੇਰੇ ਵਾਸਤੇ ਚੰਗਾ ਹੈ ਅਤੇ ਇਹ ਕੰਮ ਤੇਰੇ ਵਾਸਤੇ ਮਾੜਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ 'ਤੇ ਤਰਸ ਕੀਤਾ। ਇੱਕ ਮਹਾਨ ਬਾਣੀ ਦਾ ਖਜ਼ਾਨਾ ਥਾਲ ਵਿੱਚ ਇੱਕ ਪਰੋਸ ਕੇ ਸਾਨੂੰ ਦਿੱਤਾ ਹੈ। ਔਰ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਡੇ 'ਤੇ ਕਿ ਸਾਡੇ ਕੋਲ ਇਹ ਖਜ਼ਾਨਾ ਪਰਮਾਤਮਾ ਵੱਲੋਂ ਸਾਨੂੰ ਪ੍ਰਾਪਤ ਹੋਇਆ ਹੈ। ਤੋ ਗੁਰੂ ਮਹਾਰਾਜ ਨੇ ਸਿੱਖ ਨੂੰ ਸੱਚਖੰਡ ਦੀ ਯਾਤਰਾ ਲਿਆਉਣ ਵਾਸਤੇ ਜਿਸ ਤਰ੍ਹਾਂ 5 ਪੜਾਅ ਰੱਖੇ ਨੇ ਕਿ ਕਿਸੇ ਵੀ ਮੁਕਾਮ 'ਤੇ ਪਹੁੰਚਣਾ ਹੈ ਅਤੇ ਉਹਨੂੰ ਥੋੜ੍ਹਾ ਜਿਹਾ ਸਰਲ ਤਰੀਕੇ ਕਰਨ ਵਾਸਤੇ ਗੁਰੂ ਸਾਹਿਬ ਨੇ ਉਹਨੂੰ ਵੱਖ-ਵੱਖ ਖੰਡਾਂ ਦੇ ਵਿੱਚ ਵੰਡ ਦਿੱਤਾ ਤਾਂ ਕਿ ਉਹ ਸਟੇਜਾਂ ਤੋਂ ਨਿਕਲਦੇ ਹੋਏ, ਜਿਸ ਤਰ੍ਹਾਂ ਅਸੀਂ ਵਿਚਾਰ ਕੀਤੀ ਸੀ, ਕਿਸੇ ਨੇ BA BCom ਕਰਨੀ ਹੈ ਤੇ ਉਹ
ਐਜੂਕੇਸ਼ਨ ਡਿਪਾਰਟਮੈਂਟ ਨੇ 3 ਸਾਲ ਰੱਖੇ ਹੁੰਦੇ ਨੇ। ਉਹ ਇਸੇ ਕਾਰਨ ਰੱਖੇ ਹੁੰਦੇ ਨੇ ਕਿ ਭਾਈ 3 ਸਾਲਾਂ ਵਿੱਚ ਤੁਸੀਂ ਸਟੈਪ ਬਾਈ ਸਟੈਪ ਉਸ ਦੀ ਸਟੱਡੀ ਕਰਕੇ ਤੇ ਉਸ ਬੈਚਲਰ ਦੀ ਡਿਗਰੀ ਤੁਸੀਂ ਹਾਸਲ ਕਰ ਸਕਦੇ ਹੋ। ਤੋ ਪਰਮਾਤਮਾ ਦੇ ਘਰ ਜਿਹੜੀ ਸੱਚਖੰਡ ਵਾਲੀ ਬਖਸ਼ਿਸ਼ ਹੈ, ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ, ਮੈਂ ਟੂਕ ਮਾਤਰ ਇੱਕ ਵਿਸ਼ੇ ਨੂੰ ਜੋੜਨ ਵਾਸਤੇ ਅਸੀਂ ਪਿਛਲੇ ਵਿਚਾਰ ਨੂੰ ਸਾਂਝ ਕਰਨਾ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਾਨੂੰ ਧਰਮਖੰਡ ਬਾਰੇ ਦੱਸਿਆ ਹੈ। ਧਰਮ ਤੋਂ ਭਾਵ ਫਰਜ਼, ਡਿਊਟੀ ਕਹਿ ਲਓ, ਨਿਯਮ ਕਹਿ ਲਓ। ਇੱਕ ਧਰਤੀ ਪਰਮਾਤਮਾ ਨੇ ਸਾਰਾ ਕੁਝ ਰਚ ਕੇ ਇਸ ਧਰਤੀ ਦੇ ਉੱਤੇ ਇੱਕ ਧਰਮਸਾਲ ਨੂੰ ਬਣਾ ਦਿੱਤਾ ਹੈ, ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ ਹਨ ਔਰ ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਸੁਭਾਅ ਨੇ, ਰੰਗ ਨੇ। ਫਿਰ ਉਹਨਾਂ ਜੀਵਾਂ ਨੂੰ ਪੈਦਾ ਕਰਨ ਤੋਂ ਬਾਅਦ ਧਰਮਖੰਡ ਹੀ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਹਰ ਇੱਕ ਜੀਵਾਂ ਦੀ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਵਿਚਾਰ ਹੁੰਦੀ ਹੈ ਪਰਮਾਤਮਾ ਦੇ ਦਰ 'ਤੇ। ਔਰ ਜਿਹੜੇ ਉਸ ਪਰਮਾਤਮਾ ਨੂੰ ਦਰ 'ਤੇ ਸੋਹਣੇ ਲੱਗਦੇ ਨੇ, ਪੰਚ ਬਣ ਜਾਂਦੇ ਨੇ, ਪ੍ਰਵਾਨ ਹੋ ਜਾਂਦੇ ਨੇ, ਉਹ ਫਿਰ ਉਸ ਪਰਮਾਤਮਾ ਦੀ ਦਰਗਾਹ ਤੱਕ ਪਹੁੰਚਦੇ ਨੇ। ਇਹ ਧਰਮਖੰਡ ਵਿੱਚ ਸਾਨੂੰ ਇਹ ਦੱਸਿਆ ਕਿ ਇਹ ਧਰਤੀ ਸਾਜ ਕੇ ਧਰਮਸਾਲ, ਸਾਲ ਹੁੰਦੀ ਰਸੋਈ ਜਿੱਥੇ ਪਰੋਸਿਆ ਜਾਂਦਾ ਹੈ ਸਮਾਨ ਘਰ ਦਾ, ਪਰ ਉਹ ਖਾਣ ਦੀ ਜਗ੍ਹਾ ਨਹੀਂ ਹੁੰਦੀ। ਖਾਣ ਦੀ ਜਗ੍ਹਾ ਅਸੀਂ ਵੱਖਰੀ ਬਣਾਈ ਹੁੰਦੀ ਹੈ। ਤਾਂ ਗੁਰੂ ਸਾਹਿਬ ਨੇ ਇਹ ਧਰਮ ਧਰਤੀ ਬਣਾ ਕੇ ਇਹਦੇ ਵਿੱਚ ਨਾਮ ਦੀ ਕਮਾਈ ਕਰਨ ਵਾਸਤੇ ਸਾਨੂੰ ਭੇਜਿਆ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਨੇ ਜਿਸ ਕਾਰਜ ਨੂੰ ਅਸੀਂ ਕਰ ਰਹੇ ਹਾਂ, ਪਰ ਉਸ ਕਾਰਜ ਦਾ ਗਿਆਨ ਵੀ, ਨੌਲੇਜ ਵੀ ਹੋਣੀ ਜ਼ਰੂਰੀ ਹੈ। ਬਿਨਾਂ ਨੌਲੇਜ ਤੋਂ ਅਸੀਂ ਕੋਈ ਕਾਰਜ ਨਹੀਂ ਕਰ ਸਕਦੇ। ਦੇਖੋ, ਕੋਈ ਚੀਜ਼ ਸਾਨੂੰ ਸਮਝ ਨਾ ਆ ਰਹੀ ਹੋਵੇ, ਟੀਚਰ ਸਾਨੂੰ ਬੜੇ ਸੁਖੈਨ ਤਰੀਕੇ ਨਾਲ ਸਾਨੂੰ ਸਮਝਾਏ, ਅਸੀਂ ਕੀ ਕਹਿੰਦੇ ਹਾਂ? ਸਾਨੂੰ ਸਮਝ ਆ ਗਈ ਹੈ, ਨੌਲੇਜ ਹੋ ਗਈ, ਗਿਆਨ ਹੋ ਗਿਆ ਹੈ। ਤਾਂ ਗੁਰੂ ਸਾਹਿਬ ਨੇ ਫਿਰ ਸਾਨੂੰ ਇਹ ਸਮਝਾਇਆ ਕਿ ਇਹ ਜਿਤਨੇ ਕੁਝ ਤੁਸੀਂ ਦੇਖ ਰਹੇ ਹੋ, ਹਵਾ, ਪਾਣੀ, ਧਰਤੀ, ਬ੍ਰਹਮਾ, ਵਿਸ਼ਨੂੰ, ਮਹੇਸ਼, ਹੋਰ ਦੇਵੀ ਦੇਵਤੇ, ਜੋ ਕੁਝ ਵੀ ਸੰਸਾਰ ਵਿੱਚ ਵੇਖ ਰਹੇ ਹੋ ਭਾਈ, ਇਹ ਸਭ ਪਰਮਾਤਮਾ ਦੇ ਬਣਾਏ ਜੀਵ ਨੇ। ਇਹਨਾਂ ਦੇ ਹੱਥ ਪੰਨੇ ਕਿਸੇ ਦੇ ਕੁਝ ਵੀ ਨਹੀਂ ਹੈ। ਦੇਖੋ ਕਿੰਨਾ ਵੱਡਾ ਸਾਨੂੰ ਗਿਆਨ ਦੇ ਰਹੇ ਨੇ ਕਿ ਇਹ ਪਰਮਾਤਮਾ। ਦੇਖੋ ਜਦ ਤੱਕ ਸਾਨੂੰ ਗਿਆਨ ਨਹੀਂ ਹੋਏਗਾ, ਅਸੀਂ ਧਰਮ ਦੇ ਜਿਤਨੇ ਕਾਰਜ ਨੇ ਉਹ ਸਾਡੇ ਵਿਅਰਥ ਹੀ ਜਾਣਗੇ। ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਕਿਹਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਮਹਾਰਾਜ ਨੇ ਕਿਹਾ ਸੀ ਨਾ ਕਿ ਸਾਰੀ ਪ੍ਰਿਥਵੀ, ਮਹਾਰਾਜ ਨੇ ਕਿਹਾ ਜਲਦੀ ਪਈ ਹੈ। ਤੇ ਜੇ ਸਾਰੇ ਧਰਮ ਦੇ ਕਾਰਜ ਕਰ ਰਹੇ ਸਨ ਤੇ ਮਹਾਰਾਜ ਨੂੰ ਕਿਉਂ ਕਹਿਣਾ ਪੈ ਗਿਆ ਕਿ ਧਰਤੀ ਸਾਰੀ ਹੀ ਜਲ ਰਹੀ ਹੈ? ਕਿਉਂਕਿ ਕਰ ਤੇ ਕੰਮ ਸਹੀ ਰਹੇ ਸਨ, ਧਰਮ ਦੇ ਕੰਮ ਕਰ ਰਹੇ ਸਨ, ਮਿਹਨਤ ਵੀ ਕਰ ਰਹੇ ਸਨ, ਪਰ ਉਸ ਮਿਹਨਤ ਦਾ ਫਲ ਨਹੀਂ ਮਿਲ ਰਿਹਾ ਸੀ। ਭਾਵ ਕਿ ਉਹ ਕਰਮ ਕਾਂਡ ਕਰ ਰਹੇ ਸਨ, ਕੰਮ ਧਾਰਮਿਕ ਸਨ, ਪਰ ਉਹ ਪਰਮਾਤਮਾ ਦੇ ਦਰ ਤੇ ਅਪੜਦੇ ਨਹੀਂ ਸੀ, ਪਹੁੰਚ ਨਹੀਂ ਸਕਦੇ ਸਨ। ਤਾਂ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਕਿ ਸਾਰੀ ਸ੍ਰਿਸ਼ਟੀ ਇਹ ਸਮਝੋ ਕਿ ਜਲ ਰਹੀ ਹੈ, ਇੱਕ ਕਰਮ ਕਾਂਡਾਂ ਵਿੱਚ, ਭਰਮਾਂ ਵਿੱਚ, ਵਹਿਮਾਂ ਵਿੱਚ। ਤੇ ਫਿਰ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ, ਮਾਰਿਆ ਜਦੋਂ ਸਿੱਕਾ ਤੇ ਫਿਰ ਕੀ ਹੋਇਆ? ਨਾਨਕ ਨਿਰਮਲ ਪੰਥ ਚਲਾਇਆ। ਫਿਰ ਮਹਾਰਾਜ ਨੇ ਇੱਕ ਨਿਰਮਲ ਪੰਥ ਚਲਾਇਆ ਜਿਹਦੇ ਵਿੱਚ ਨਵੇਕਲਾ ਸਾਨੂੰ ਇੱਕ ਸਿਧਾਂਤ ਦਿੱਤਾ। ਇੱਕ ਗੁਰੂ ਸਾਹਿਬ ਨੇ ਸਾਨੂੰ ਇੱਕ ਜੀਵਨ ਦੀ ਰਾਹ ਦੱਸੀ। ਭਾਈ ਜੇ ਧਰਮ ਦਾ ਵੀ ਕੰਮ ਕਰਦੇ ਹੋ, ਉਹਦੇ ਬਾਰੇ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ। ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜੇ ਗਿਆਨ, ਮਾਰੇ ਕਹਿੰਦੇ ਗਿਆਨ ਧਰਮ ਉੱਥੇ ਵੇ ਜਿੱਥੇ ਗਿਆਨ ਹੈ। ਹੁਣ ਬਿਨਾਂ ਗਿਆਨ ਤੋਂ ਅਸੀਂ ਧਰਮ ਦੀ ਕਮਾਈ ਕਰੀ ਜਾਈਏ ਤੇ ਉਹ ਥਾਂ ਹੀ ਨਹੀਂ ਪੈਂਦਾ। ਦੇਖੋ ਮੈਂ ਘਰੋਂ ਚੱਲ ਕੇ ਭੁੱਖੇ ਰਹਿ ਰਿਹਾ, ਘਰ-ਬਾਰ ਛੱਡ ਰਿਹਾ, ਕੰਮ ਮੈਂ ਚੰਗੇ ਕਰ ਰਿਹਾ, ਮੈਂ ਜੱਟਾਂ ਵਧਾ ਲੀਆਂ, ਸ਼ੀਲੇ ਕੱਟ ਰਿਹਾ ਵਾਂ, ਭੁੱਖੇ ਰਹਿ ਰਿਹਾ ਵਾਂ, ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਵਾਂ, ਕੰਮ ਧਰਮ ਦੇ ਕਰ ਰਿਹਾ, ਪਰ ਇਹ ਸਭ ਲੋਕ ਵਿਖਾਵਾ ਨੇ। ਤੀਰਥਾਂ 'ਤੇ ਇਸ਼ਨਾਨ ਕਰ ਰਿਹਾ ਵਾਂ, ਨੰਗੇ ਪੈਰੀ ਜਾ ਰਿਹਾ ਵਾਂ, ਪਿੰਡੇ 'ਤੇ ਸਵਾਹ ਮੱਲੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਨੇ ਇਹ ਤੈਨੂੰ ਗਿਆਨ ਨਹੀਂ, ਇਹ ਚੀਜ਼ਾਂ ਤੈਨੂੰ ਪਰਮਾਤਮਾ ਦੇ ਦਰ ਤੱਕ ਨਹੀਂ ਲੈ ਕੇ ਜਾਣਗੀਆਂ। ਇਹ ਗਿਆਨ ਲੈ ਲਓ। ਜਿਹੜਾ ਵੀ ਕੋਈ ਸੁਣ ਰਿਹਾ ਹੈ, ਅਗਰ ਉਹ ਇਸ ਕਿਰਿਆ ਦੇ ਅੰਦਰ ਹੈ
देखो महाराज पढ़ते हो ना सुमनी ਸਾਹਿਬ जाप ताप ज्ञान सब ध्यान खट शास्त्र सिमरत विख्यान, ये सारी पौड़ी पढ़ो। ਉਹਦੇ अंदर जितने भी पखंड जितने भी कर्म कांड ने गुरु साहब ने इन्हां सब कांडां नूं की किया है, कर्म धर्म पाखंड जो दिस है। महाराज कहते सब पखंड ने। हुण सानू ज्ञान हो गया। की ज्ञान होया कि ये सब परमात्मा ने जो कुछ बनाया है ये सब बिनसनहार है, किसी दे हाथ कुछ नहीं है, परमात्मा नूं पाउण दा ये ढंग नहीं है। हुण उन्हें ज्ञान हो गया। तो हुण 6वीं पौड़ी दे अंदर गुरु साहब उसे कंसैप्ट नूं लै रहे ने कि ज्ञान खंड में है ज्ञान प्रचंड। महाराज कहते ज्ञान खंड दे विच ज्ञान प्रबल हो जाता है, तीव्र हो जाता है, ज्ञान की बलवान शक्ति साढ़े विच आ जाती है, सानू एक चीज़ चानना हो जाता है। देखो अगर लाइट गई होवे, बाहर अंधेरा होवे, खूब अंधेरा होवे, सानू कुछ भी नज़र नहीं आता। देखो अंधेरा होवे ना, सानू कुछ नज़र नहीं आएगा। सानू सामने बिल्डिंग, पहाड़, पेड़ पौधे, कोई भी बंदा नज़र नहीं आता। क्यों? हनेरा है। तो जो ही प्रकाश होंदा है, लाइट आती है, भावें आसमान है वो भी काला नज़र आता है। पर जदों सूरज की टिक्की निकलती है, चानना होंदा है, उही आसमान सानू नीला नज़र आता है, उही पंछी भी नज़र आन लग पैंदे ने, पहाड़ भी नज़र आन लग पैंदे ने। क्यों? क्योंकि वो प्रकाश हो गया। जदों अंधेरा सी कुछ नज़र नहीं आ रहा सी, जदों प्रकाश होया सानू सब कुछ नज़र आ गया। प्रकाश की है? प्रकाश है ज्ञान, नॉलेज। जब तक साढ़े कोल प्रकाश नहीं है असी अंधेरे विच हां। तां ही भाई गुरदास जी नूं कहना पिया, सतगुरु नानक प्रगटिया मिट्टी धुंध जग चानन होआ, ज्यों कर सूरज निकलिया तारे छपे अंधेर पलोआ। ज्यों ही गुरु महाराज ने कहा ज्ञान का प्रकाश होया, तुसी देखो घर कमरे विच जाओ, लाइट नहीं, अंधेरा है, तुहानू कुछ नज़र नहीं आएगा। पर ज्यों ही तुसी लाइट कुछ दीपक चलाओगे तुहानू सारा कुछ चानना हो जाएगा। ज्यों ही चानना हुंदा अंधेरा आपे चला जाता है। ज्यों ज्यों तुहानू ज्ञान होंदा जाएगा तुहानू ये चीज़ां दी सब नॉलेज आती जाएगी। तो उहदे विच महाराज कहंदे ने की हुंदा है कि सारियां चीज़ां ज्ञान खंड विच ज्ञान बड़ी प्रबल स्टेज ते पहुँच जाता है। बंदे नूं बहुत ज्ञान आ जाता है अंदर कि मैं तो पहला अंधेरे विच ही सी, मन तो पता ही नहीं सी ये सारा कुछ संसार दा बनया होया है, तो मैं तो अंधेरे विच रह गया। मैं इन्हां नूं ही पूजन लग पिया। मैनूं तो समझ ही नहीं आई कि मैं तो ब्रह्मा की पूजा करन लग पिया, मैं विष्णु की करन लग पिया। मन तो यही नहीं पता लग्या जे रब इन्हां विचों जोत कढ ले तो ये किसी कम्मे दी नहीं रहने। मैं पानी नूं पूजदा रहा, किसी ने अग देवता बना लिया। अरे अग दे विचों शक्ति कढ़ देवे, जे सूरज दे विचों पिछों उहदी सत्या ही कढ़ दे, उहदी पाएँ ही कढ़ दे, सूरज चानना दे सकदा है। तो मैं एवें सूरज दे मगर पै गया। मैनूं इन्ना वड्डा ज्ञान सतगुरु ने दे दिता कि भाई ये सब चीज़ां किसी दे हाथ विच कुछ भी नहीं है। क्यों? क्योंकि सारा कुछ परमात्मा ने अपने हाथ विच रखिया होया है। तो क्योंकि जद तक देखो मैनूं ज्ञान नहीं है, मैनूं ये चीज़ां ना वक्रियां वक्रियां नज़र आउणगियां। मैनूं ये नज़र आएगा पानी है, ये अग है, ये हवा है, ये पहाड़ ने, ये पशु है, ये पक्षी है। जब तक मैनूं नहीं समझ। देखो एक सुनियारा है, भैणां मेरियां मातावां जद उहदी दुकान ते जांदियां ने, वो वख वख तरह के छापां दिखांदा है, सैट दिखांदा है, कड़े दिखांदा है। हुण वेखण वाले नूं वखरियां चीज़ां नज़र आ रही ने, जिहड़ियां भैणां वेखदियां ना, वो वखरेवा नज़र आंदा है बई यह वाला सैट है, यह वाले कड़े ने, ये चूड़ियां ने। पर जिहड़ा सुनियारा हुंदा ना, वो सब चीज़ां नूं सोना समझ रहा हुंदा है। यही फर्क है साडे विच। असीं दुनिया दीयां चीज़ां नूं समझ रहे हैं ये अग है, ये हवा है, ये पानी है। पर जिहड़ा जिन्हों ब्रह्म का ज्ञान हो जाता है, जिन्हों परमात्मा बारे नॉलेज हो जाती है, वो समझ जाता है
ਇਹ ਸਾਰੀਆਂ ਦੇ ਪਿੱਛੇ ਜੋਤ ਕੰਮ ਕਰ ਰਹੀ ਹੈ ਤੇ ਪਰਮਾਤਮਾ ਹੀ ਹੈ ਨਾ। ਉਹ ਹਰ ਇੱਕ ਵਿੱਚੋਂ ਰੱਬ ਹੀ ਲੱਭਦਾ ਹੈ ਉਹਦਾ, ਕਿਉਂਕਿ ਗਿਆਨ ਉਹਦਾ ਪ੍ਰਚੰਡ ਹੋ ਗਿਆ। ਸਾਨੂੰ ਮਾਤਾ ਵੱਖਰੀ ਨਜ਼ਰ ਆਏਗੀ ਤੇ ਨਾਲ ਦੀ ਘਰ ਦੀ ਔਰਤ ਕੋਈ ਹੋਰ ਨਜ਼ਰ ਆਏਗੀ, ਸਾਡੀ ਸਮਦ੍ਰਿਸ਼ਟੀ ਨਹੀਂ ਹੋਏਗੀ। ਪਰ ਜਦੋਂ ਸਾਨੂੰ ਇਹ ਪਤਾ ਲੱਗ ਗਿਆ, ਗਿਆਨ ਹੋ ਗਿਆ, ਇਹ ਸਾਰਾ ਹੀ ਪਰਮਾਤਮਾ ਦਾ ਹੀ ਟੱਬਰ ਹੈ, ਇਹ ਸਭ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ। ਸਭ ਮੇਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੇਂ ਚਾਨਣ ਹੋਏ। ਸਾਰਿਆਂ ਦੇ ਵਿੱਚ ਪਰਮਾਤਮਾ ਵਰਤ ਰਿਹਾ ਹੈ। ਤੇ ਮੈਨੂੰ ਫਿਰ ਸਮਝ ਆ ਜਾਏਗੀ, ਫਿਰ ਉਹ ਬੈਠੇ ਬੈਠੇ ਹੀ ਨਾ ਉਹਨੂੰ ਗਿਆਨ ਹੋ ਜਾਏਗਾ। ਹੁਣ ਕਿਸੇ ਦੇ ਕੋਲੇ ਬਾਰੇ ਕੋਈ ਗੱਲ ਪੁੱਛੋ ਵੀ ਫਲਾਣਾ ਕਿੱਥੇ, ਤੇ ਅਸੀਂ ਕਹਾਂਗੇ ਤੁਹਾਨੂੰ ਦੱਸਣੇ ਆ। ਪਰ ਜਦੋਂ ਤੁਹਾਨੂੰ ਗਿਆਨ ਹੋ ਜਾਏਗਾ ਨਾ, ਤੁਹਾਡੀ ਦਿव्य ਦ੍ਰਿਸ਼ਟੀ ਹੋ ਜਾਏਗੀ, ਤੁਸੀਂ ਬੈਠੇ ਬੈਠੇ ਉਸ ਬੰਦੇ ਬਾਰੇ ਦੱਸ ਦੋਗੇ। ਹੁਣ ਤੁਹਾਡੇ ਹੱਥ 'ਚ ਕੋਈ ਪਦਾਰਥ ਰੱਖ ਦਿਓ ਤੇ ਤੁਸੀਂ ਦੱਸ ਦਿੰਦੇ ਹੋ ਨਾ, ਇਹ ਸੇਬ ਹੈ, ਸੰਤਰਾ ਹੈ, ਜਾਂ ਚੀਕੂ ਹੈ, ਜਾਂ ਕੋਈ ਵੀ ਹੈ। ਤੇ ਬ੍ਰਹਮ ਗਿਆਨ ਜਿਹਨੂੰ ਹੋ ਜਾਏ, ਉਹ ਬੈਠੇ ਬੈਠੇ ਸ੍ਰਿਸ਼ਟੀ ਦਾ ਸਾਰਾ ਕੁਝ ਦੱਸ ਦਿੰਦਾ ਹੈ। ਕਿਉਂ? ਕਿਉਂਕਿ ਉਹਦੀ ਦ੍ਰਿਸ਼ਟੀ ਦੇ ਅੰਦਰ ਦਿव्य ਦ੍ਰਿਸ਼ਟੀ ਆ ਜਾਂਦੀ ਹੈ, ਉਹਨੂੰ ਗਿਆਨ ਹੋ ਜਾਂਦਾ ਹੈ ਕਿ ਹਰ ਜ਼ਰੇ ਜ਼ਰੇ ਵਿੱਚ ਪਰਮਾਤਮਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਕਾਬੇ ਜਾਣਾ ਪਿਆ? ਕਈ ਇਹ ਵਿਚਾਰ ਕਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਸਜਿਦਾਂ 'ਚ ਵੀ ਗਏ, ਮੰਦਰਾਂ ਵਿੱਚ ਗਏ। ਮੈਂ ਕਿਹਾ ਨਹੀਂ ਗਏ। ਕਹਿੰਦੇ ਕਿਉਂ ਨਹੀਂ ਗਏ? ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਮੰਦਰ ਨਹੀਂ ਗਏ, ਗੁਰੂ ਨਾਨਕ ਪਾਤਸ਼ਾਹ ਮੰਦਰ ਵਿੱਚ ਹੋ ਰਹੇ ਪਖੰਡਾਂ ਨੂੰ ਦੂਰ ਕਰਨ ਵਾਸਤੇ ਗਏ। ਗੁਰੂ ਨਾਨਕ ਪਾਤਸ਼ਾਹ ਕਾਬੇ ਨਹੀਂ ਗਏ, ਮਾਰੇ ਨੇ ਕੋਈ ਕਾਬੇ ਉੱਥੇ ਕੋਈ ਪੂਜਣ ਵਾਸਤੇ ਨਹੀਂ ਗਏ ਕਿ ਉੱਥੇ ਕੋਈ ਮੂਰਤੀ ਪਈ ਹੈ ਜਾਂ ਮੈਂ ਕੋਈ ਐਸਾ ਬੁੱਤ ਪਿਆ ਮੈਂ ਉੱਥੇ ਜਾ ਕੇ ਪੂਜਣਾ ਹੈ। ਉਹਨਾਂ ਦੀ ਮਿਉਂਤ ਸੀ ਆਪਸ ਵਿੱਚ, ਅੰਦਰ ਉਹਨਾਂ ਦੇ ਖਿਆਲ ਸੀ ਕਿ ਜਿਹੜਾ ਅੱਲਾ ਹੈ ਨਾ ਉਹ ਕਾਬੇ ਵਿੱਚ ਹੀ ਹੈ। ਦੱਖਣ ਦੇਸ਼ ਹਰੀ ਕਾ ਬਾਸਾ, ਅੱਲਾ ਪश्चिम ਮੁਕਾਮਾ। ਉਹ ਸਮਝਦੇ ਸੀ ਅੱਲਾ ਇਸ ਤਰਫ ਹੀ ਹੈ। ਤੇ ਮਹਾਰਾਜ ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਗਏ ਸੀ, ਨਾ ਕਿ ਮੱਕੇ ਦੇ ਦਰਸ਼ਨ ਕਰਨ ਗਏ ਸੀ। ਮੈਨੂੰ ਖਿਮਾ ਕਰ ਦੇਣਾ। ਤਾਂ ਹੀ ਜੀਵਨ ਨੇ ਲੱਤ ਮਾਰੀ ਤੇ ਉਹਨੇ ਕਿਹਾ ਜੀ ਤੁਸੀਂ ਇੱਧਰ ਕਫਰ ਜੀ, ਕਫਰ ਵੀ ਮਤਲਬ ਕੁਫਰ ਤੋਲਿਆ। ਤੇ ਮਹਾਰਾਜ ਦੇ ਟੰਗੋਂ ਘੜੀਸ ਕੇ ਉਹਨੇ ਕਿਹਾ ਜੀ ਇੱਧਰ ਮੱਕੇ ਵੱਲ ਲੱਤ, ਕਿਤੇ ਮਹਾਰਾਜ ਕਹਿੰਦੇ ਉੱਧਰ ਕਰ ਦੇ ਜਿੱਥੇ ਤੇਰਾ ਮੱਕਾ ਨਹੀਂ ਹੈ। ਗਿਆਨ ਨਹੀਂ ਸੀ ਨਾ ਉਹਨਾਂ ਨੂੰ। ਜਦ ਉਹਨਾਂ ਨੇ ਘੁਮਾਇਆ ਤੇ ਉਹਦੀ ਸੁਰਤ ਵੀ ਘੁੰਮ ਗਈ, ਉਹਨੂੰ ਹਰ ਜਗ੍ਹਾ ਮੱਕਾ ਹੀ ਨਜ਼ਰ ਆਉਣ ਲੱਗ ਪਿਆ। ਮਹਾਰਾਜ ਦੱਸਣ ਵਾਸਤੇ ਇਹ ਗਏ ਨੇ ਕਿ ਭਾਈ ਅੱਲਾ ਜੇ ਉੱਥੇ ਵੇ ਤੇ ਬਾਕੀ ਜਗ੍ਹਾ ਤੇ ਕੌਣ ਸੰਭਾਲ ਰਿਹਾ ਹੈ? ਸਾਰੀ ਜਗ੍ਹਾ ਤੇ ਹੀ ਅੱਲਾ ਹੈ। ਤੇ ਜਦੋਂ ਤੁਹਾਨੂੰ ਗਿਆਨ ਹੋ ਜਾਏਗਾ, ਤੁਸੀਂ ਬੈਠੇ ਬੈਠੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਰੀ ਸ੍ਰਿਸ਼ਟੀ ਬਾਰੇ ਕੀ ਹੋ ਰਿਹਾ ਹੈ। ਔਰ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਅੰਡਰ ਹੈ, ਕਿਸੇ ਦੇ ਹੱਥ ਕੁਛ ਨਹੀਂ ਹੈ। तो महाराज कहते ने ज्ञान खंड में है ज्ञान प्रचंड। उस ज्ञान खंड दे विच आके उहदा ज्ञान बड़ा प्रबल हो जाता है, बड़ा चढ़दी कला विच हो जाता है, तेज हो जाता है, बलवान हो जाता है। तो गुरु साहब कहते ने तिथे नाद विनोद कोड आनंद, उत्थे नाद विनोद कोड आनंद, ये बख्शिशां ने। देखो नाद हुंदा है सुनना, एक नाद विनोद ते आनंद, इनू मैं थोड़ा जिहा ना दुनियावी उदाहरण दे के इनू मैं सौखा करना चाहना महाराज की कृपा नाल। देखो बड़े ध्यान नाल सरवण करना। किसे बीबी दा बच्चा गवाच जाता है, हुण तुसी मातावां भैणां बैठियां हो, तुसी दर्द ज़्यादा समझ सकते हो। जे किसी का छोटा बच्चा 10-12 साल का गवाच जाए और रब ना करे 2-4-5-10 दिन हो जाए, उस परिवार की की हालत होएगी। मैं तुहानूं यह गल इत्थे ये तां क्लीयर कर रहा कि गल सानूं समझ आ जाए कि नाद की है, विनोद की है, आनंद की है। देखो सानूं गुरबाणी चो आनंद क्यों नहीं आता? कई गल्लां सानूं ज्ञान नहीं है। जो ज्ञान हो जाएगा आनंद आना शुरू हो जाएगा, जो परमात्मा की सिफतों का पता लग जाएगा। तो उस बच्चा गवाच गया, सारे परिवार के मुख तो रोटी ना निकले, भेजे का बच्चा ही चला जाए। 10 दिन हो गए। एक दिन फोन आ गया कि भाई तुहाडा बच्चा मैं देखा फलानी जगह पर हेमकुंट साहब वेख्या सेवा कर रहा है। हुण की होया? सुनदियां सार की होया?
ਨਾਦ, ਅੰਦਰ ਨਾਦ ਵੱਜ ਗਿਆ, ਖੁਸ਼ੀ ਆ ਗਈ। ਤੁਸੀਂ ਇਮੇਜਿਨ ਕਰੋ, ਬੱਚਾ ਗਵਾਚਿਆ ਹੋਵੇ ਤੇ ਫੋਨ ਆ ਜਾਏ, ਬੱਚਾ ਤੁਹਾਡਾ ਮੈਂ ਵੇਖਿਆ ਵੇ ਫਲਾਣੀ ਥਾਈਂ ਤੇ, ਚਲੋ ਹੇਮਕੁੰਟ ਸਾਹਿਬ ਹੀ, ਮੈਂ ਆਪਣੇ ਨਾਲ ਗੁਰੂ ਦੇ ਸਥਾਨ ਵੀ ਜੋੜਾਂ, ਹੇਮਕੁੰਟ ਸਾਹਿਬ ਸੇਵਾ ਕਰ ਰਿਹਾ ਹੈ, ਕੀ ਹੋਏਗਾ ਤੁਹਾਨੂੰ? ਹਲੇ ਸੁਣਿਆ ਤੁਸੀਂ, ਤੁਹਾਡੇ ਅੰਦਰ ਨਾਦ ਵੱਜਣਗੇ ਜਿਹਦੀ ਖੁਸ਼ੀ ਦਾ ਕੋਈ ਅੰਦਾਜ਼ ਦੱਸ ਨਹੀਂ ਸਕੇਗੀ। ਕੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕਹੀਏ। ਜਿਸ ਤਰ੍ਹਾਂ ਗੂੰਗਾ ਮਠਾਈ ਖਾ ਲੈਂਦਾ ਨਾ, ਤੋ ਕੋ ਪੁੱਛੋ ਕਿ ਵਜੀਏ ਆਉਂ ਕਰਕੇ ਉਹ ਇਸ਼ਾਰਿਆਂ ਨਾਲ ਦੱਸ ਸਕਦਾ, ਪਰ ਉਹਦਾ ਹਾਵ ਭਾਵ ਤੋਂ ਪਤਾ ਲੱਗਦਾ ਕਿ ਉਹ ਦੱਸ ਨਹੀਂ ਪਾ ਰਿਹਾ। ਮਾਂ ਨੂੰ ਕਿੰਨੀ ਖੁਸ਼ੀ ਹੋਏਗੀ। ਇਹਨੂੰ ਕਹਿੰਦੇ ਨਾਦ। ਹੁਣ ਉਹ ਗਏ ਸਾਰੇ ਪਰਿਵਾਰ ਗੱਡੀ ਕਰਕੇ, ਜਦ ਹੇਮਕੁੰਟ ਸਾਹਿਬ ਗਏ, ਸੇਵਾ ਜਿੱਥੇ ਕਰ ਰਿਹਾ ਸੀ ਉਹਨੂੰ ਵੇਖਿਆ। ਵੇਖਣ ਦੇ ਨਾਲ ਕੀ ਹੋਇਆ? ਵਿਨੋਦ, ਉਹ ਖੁਸ਼ੀ ਹੋਰ ਮਿਲ ਗਈ, ਖੁਸ਼ੀ ਮਿਲੀ। ਇਹਨੂੰ ਕਹਿੰਦੇ ਨੇ ਵਿਨੋਦ। ਜਦ ਮਾਂ ਨੇ ਦੂਰੋਂ ਵੇਖ ਕੇ, ਪਹਿਲਾਂ ਤਾਂ ਸੁਣਿਆ ਸੀ, ਉਹਦੇ ਅੰਦਰ ਨਾਦ ਵੱਜਣ ਲੱਗ ਪਏ। ਜਦ ਬੱਚੇ ਨੂੰ ਵੇਖਿਆ, ਉਹਦੇ ਅੰਦਰ ਵਿਨੋਦ ਹੋ ਗਿਆ। ਤੇ ਜਦ ਗਲਵਕੜੀ ਲਾਈ, ਕਰੋੜਾਂ ਆਨੰਦ ਪ੍ਰਾਪਤ ਹੋ ਗਏ। ਤੇ ਜੇ ਇਸੇ ਤਰ੍ਹਾਂ ਅਸੀਂ ਸਤਿਗੁਰੂ ਦੇ ਗਿਆਨ ਨੂੰ, ਇਹ ਅਸੀਂ ਸੁਣ ਨਹੀਂ ਰਹੇ ਨਾ ਸਾਰੇ, ਇਹ ਸਾਨੂੰ ਨਾਦ ਵੱਜਦੇ ਨੇ। ਪਰਮਾਤਮਾ ਤੂੰ ਇੰਨਾ ਵੱਡਾ ਹੈ, ਇਹ ਅੰਦਰ ਇੱਕ ਨਾਦ ਵੱਜਦੇ ਨੇ। ਤੇ ਜਦੋਂ ਅਸੀਂ ਵੇਖਾਂਗੇ, ਗਿਆਨ ਹੋ ਜਾਏਗਾ, ਵੇਖਾਂਗੇ, ਅੰਦਰ ਵਿਨੋਦ ਆਏਗਾ। ਤੇ ਜਦ ਗੁਰੂ ਨਾਲ ਇੱਕਮਿਕ ਹੋ ਜਾਵਾਂਗੇ, ਉਹ ਆਨੰਦ ਹੋ ਜਾਏਗਾ। ਫਿਰ ਉਹਦਾ ਆਨੰਦ ਕੋੜ ਆਨੰਦ, ਕਰੋੜਾਂ ਆਨੰਦ ਵੀ ਉਹਦੇ ਜਿਹੜੇ ਦੁਨੀਆ ਦੇ ਆਨੰਦ ਨੇ ਫਿੱਕੇ ਨੇ। ਦੁਨੀਆ 'ਤੇ ਆਨੰਦ ਹੈ ਹੀ ਨਹੀਂ, ਦੁਨੀਆ 'ਤੇ ਸੁੱਖ ਨੇ। ਦੇਖੋ, ਇਹ ਅਵਸਥਾ ਦੀ ਖੇਡ ਹੈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਇੱਕ ਮਿਲਟਰੀ ਜਥਾ ਸਾਰਾ ਹੇਮਕੁੰਟ ਸਾਹਿਬ ਜਾ ਰਿਹਾ, ਵਾਹਿਗੁਰੂ ਹਜ਼ੂਰ ਸਾਹਿਬ ਜਾ ਰਿਹਾ ਸੀ। ਦਿੱਲੀ ਤੋਂ ਸਾਰੇ ਸਿੱਖ ਮਿਲਟਰੀ ਬੈਠੀ ਸੀ। ਇੱਕ ਵਿੱਚ ਕੋਈ ਨਾਮ ਜਪਣ ਵਾਲਾ ਸੀ, ਉਹਦੀ ਅਵਸਥਾ ਉੱਚੀ ਸੀ। ਮਨਵਾੜ ਤੋਂ ਗੱਡੀ ਚੇਂਜ ਹੁੰਦੀ ਹੈ, ਉਹ ਫਿਰ ਦੁਬਾਰਾ ਉੱਧਰ ਹਜ਼ੂਰ ਸਾਹਿਬ ਵੱਲ ਜਾਂਦੀ ਹੈ, ਉਲਟੇ ਹੋ ਕੇ। ਪਹਿਲਾਂ ਇੱਧਰ ਜਾ ਰਹੇ ਹੁੰਦੇ ਨਾ, ਫਿਰ ਮਨਵਾੜ ਤੋਂ ਗੱਡੀ ਚੇਂਜ ਹੁੰਦੀ ਹੈ, ਜਿਹੜੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ। ਤੇ ਉਹ ਮਨਵਾੜ ਤੋਂ ਚੇਂਜ ਹੋਈ ਗੱਡੀ, ਉਹ ਭਾਵਨਾ ਇਸ ਤਰ੍ਹਾਂ ਦੀ ਲੈ ਕੇ ਜਾ ਰਿਹਾ ਸੀ ਗੁਰੂ ਕੋਲ, ਕਿ ਉਹ ਗੱਡੀ ਦੇ ਸਮਝ ਲਓ ਬਿਲਕੁਲ ਖਿੜਕੀ ਦੇ ਸਾਹਮਣੇ, ਵਿੰਡੋ ਦੇ ਕੋਲ ਬੈਠਾ ਸੀ। ਭਾਵਨਾ ਜਗੀ। ਉਹਨੂੰ ਇਸ ਤਰ੍ਹਾਂ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਨਾਲ ਘੋੜੇ ਤੇ ਪੈਦਲ, ਘੋੜੇ ਤੇ ਸਵਾਰ ਹੋ ਕੇ ਤੇ ਮੇਰੀ ਟ੍ਰੇਨ ਦੇ ਨਾਲ ਆ ਰਹੇ ਨੇ। ਕਹਿੰਦੇ ਨੇ ਉਸ ਬੰਦੇ ਨੇ ਉੱਠ ਕੇ ਨਾ ਟ੍ਰੇਨ ਤੋਂ ਛਾਲ ਮਾਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਚੱਲ ਰਹੇ ਹੋਣ ਔਰ ਮੈਂ ਸੀਟ ਤੇ ਬੈਠਾ ਹੋਵਾਂ। ਇਹ ਖੇਡ ਹੈ ਪ੍ਰੇਮ ਦੀ, ਜਿਹਨੂੰ ਗਿਆਨ ਹੋ ਗਿਆ। ਤੇ ਅੱਗੇ ਜਾ ਕੇ ਉਹਨਾਂ ਨੇ ਟ੍ਰੇਨ ਰੋਕ ਦਿੱਤੀ। ਸਾਰਿਆਂ ਨੇ, ਮਿਲਟਰੀ ਵਾਲਿਆਂ ਨੇ ਸਾਰਿਆਂ ਨੇ ਟ੍ਰੇਨ ਰੋਕੀ। ਭਾਈ ਉਹ ਸਿੱਖ ਤੇ ਇੱਕਦਮ ਚਾਲ ਮਾਰਤੀ, ਹੋਇਆ ਕੀ ਹੈ? ਜਦ ਰੁਕੇ, ਉਹਨੂੰ ਜਾ ਕੇ ਪੁੱਛਿਆ। ਉਹ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਅਸੀਂ ਜਾ ਰਹੇ ਸੀ ਸਾਡੇ ਨਾਲ ਚੱਲ ਰਹੇ ਸਨ, ਤੇ ਤੂੰ ਛਾਲ ਮਾਰੀ। ਤੇ ਕਹਿੰਦਾ ਮਨ ਤੇ ਕੁਛ ਵੀ ਨਹੀਂ ਹੋਇਆ, ਮਨ ਤੇ ਉਸੇ ਟਾਈਮ ਗੁਰੂ ਸਾਹਿਬ ਨੇ ਗੋਦ ਵਿੱਚ ਲੈ ਲਿਆ। ਇਹ ਕੀ ਹੈ? ਇਹ ਜਦੋਂ ਤੁਸੀਂ ਗਿਆਨ ਖੰਡ ਦੇ ਵਿੱਚ ਪਹੁੰਚੋਗੇ ਨਾ, ਤੁਹਾਨੂੰ ਇਹ ਚੀਜ਼ਾਂ ਦਾ ਗਿਆਨ ਹੋਏਗਾ। ਦੇਖੋ, ਸਭ ਭਾਵਨਾ ਦੀਆਂ ਖੇਡਾਂ ਨੇ। ਪਾਠ ਦੁਨੀਆ ਕਰਦੀ ਹੈ, ਅਖੰਡ ਪਾਠ ਸਹਿਜ ਪਾਠ ਕਰਦੀ ਹੈ। ਕਈ ਪਾਠ ਪਤਾ ਕਿਸ ਤਰ੍ਹਾਂ ਕਰਦੇ ਨੇ? ਭਾਵਨਾ ਲੈ ਕੇ। ਅਖੰਡ ਪਾਠ ਸਾਹਿਬ ਘਰ ਰੱਖਿਆ। ਜੇ ਤੁਹਾਡੇ ਮਨ ਦੇ ਅੰਦਰ ਭਾਵਨਾ ਹੈ, ਅੱਜ ਗੱਲ ਨੋਟ ਕਰ ਲੈਣਾ, ਅਸੀਂ ਬੱਦਾ ਚੱਟੀ ਕਰਨੇ ਆ ਕਿ ਮੇਰੀ ਡਿਊਟੀ ਲੱਗੀ ਹੈ, ਮੈਂ 10 ਅੰਕ ਕਰਨੇ ਨੇ, 12 ਕਰਨੇ ਨੇ, ਕਰ ਲਓ। ਮੈਂ ਮੈਨੂੰ ਖਿਮਾ ਕਰ ਦੇਣਾ, ਮੈਂ ਜਿਹੜੇ ਅੱਖਰ ਵੀ ਯੂਜ਼ ਕਰ ਰਹੇ ਹਾਂ ਕਿ ਅਸੀਂ ਮੁਕਾਉਣ ਵਾਲੀ ਗੱਲ ਕਰਨੇ ਆ। ਨਹੀਂ ਪਿਆਰਿਓ, ਘੱਟ ਕਰ ਲਓ, ਸ਼ਰਧਾ ਭਾਵਨਾ ਰੱਖੋ। ਮੈਂ ਇੱਕ ਗੱਲ ਕਹਾਂ, ਜਦੋਂ ਅਖੰਡ ਪਾਠ ਸਾਹਿਬ ਕੋਈ ਮਨ ਨਾਲ ਕਰਦਾ ਨਾ, ਤੇ ਭਾਵਨਾ ਵਾਲੇ ਇਹ ਸੋਚਦੇ ਨੇ ਉਸ ਅਖੰਡ ਪਾਠ ਸਾਹਿਬ ਵਿੱਚ ਖੁਦ 4 ਸਾਹਿਬਜ਼ਾਦੇ ਆ ਕੇ
महाराज की हजूरी च मत्था टेकते हैं। शहीद सिंह भी आते हैं। अज 51 पाठ असी रख रहे हाँ, भावना ही नहीं रही। पाठ तो एको ही बहुत सी। हजूर साहब महाराज ने एको ही पाठ किया सी लास्ट उत्थे महाराज ने क्या 21 पाठ करोगे तो 21 बारी फल होएगा? नहीं, पाठ तो एक ही कर लो, उदा ही बख्शिश है। ये तो पता नहीं असी किधर किधर चल पे हैं। गुरु साहब ने नहीं क्या 31 51 101 करो, वो कहते ने एक करो पर प्रेम दे विच करो। तो ये वो अवस्था ने जिन्हों मैं अपने लफ्ज़ां नाल नहीं दस सकता। उत्थे फिर नाद विनोद कोड आनंद ये चीज़ां प्राप्त होंदियां ने। जिस तरह मैं उदाहरण दे के कहा कि बच्चे नूं सुनिया कि गुम्मे बच्चे नूं उहदे अंदर खुशी जाग पई, वेख्या विनोद हो गया, ते जद गलवकड़ी लिया ते आनंद आ गया। बच्चा छाती नाल ला ले माँ एक गुम्मे होए बच्चे नूं ते उहदा कोई बयान कोई कर सकदा है की खुशी है। ते इस तरह असीं परमात्मा तो विछड़े हुए हैं। मैं नहीं कह रहा, बाणी कह रही है, बहुत जन्म बिछड़े ते मादो, ये जन्म तुम्हारे लेखे आए अनक जन्म भ्रम सरनी, उधर दे अंधकूप ते लावो अपनी चरनी। कई जन्म भय कीट पतंगा, कई जन्म गाजमीन कुरंगा, कई जन्म पंखी सरप होयो, कई जन्म हैवर बृख जयो, मिल जगदीश मिलन की बरिया। जदों सानू ये एहसास हो गया मैं भी परमात्मा तो विछड़िया होया वां, वो बच्चा तो 10 दिन का सी, मैं तो जन्मां दा विछड़िया होया वां, ते मेरे अंदर की होएगा? परमात्मा दे सुन सुन नाम तुम्हारा प्रीतम, प्रभ पेखन का चाओ। फिर मैं परमात्मा का नाम सुनना, मेरे अंदर नाद आते ने, वाह परमात्मा, ते जे मैं तैनूं वेख लवां तो फिर तो कमाल ही हो जाएगी। फिर जदों मैं शब्द दे विचों दे दर्शन करना वा, तो फिर मैं शब्द दे नाल हर हर जन दुई एक है। कबीर साहब कहते हैं अब तो जाए चढ़े सिंहासन, मिले हैं सारंग पाणी, राम कबीरा एक भये हैं, कोई ना सके पछाणी। हुण तो एक हो गए हैं, हुण तो पहचानने ही नहीं आ रहा कबीर केड़ा है ते राम केड़ा है, या राम केड़ा है ते कबीर केड़ा है। क्यों? क्योंकि अवस्था चेंज हो गई है। कबीर हो ही है, कोई मुंह नक हाथ पैर कबीर साहब दे नहीं चेंज होए, क्योंकि रब नाल इक मिक हो गए। हुण पहचानने ही नहीं आ रहे। इनू कहते हैं कोड आनंद। तो महाराज कहते हैं ज्ञान खंड विच ये ज्ञान प्राप्त होता है। हुण सानू ज्ञान पता लग गया, मैनू गुरु बारे पता लग गया कि गुरु ग्रंथ साहब वो शख्सियत ने जिन्हां दे हाथ विच सब कुछ है। तो मैनू हुण मेरा की काम बनता है? मैं उसकी स्टडी करा, मैं उद्यम करा, मैं मेहनत करा। हुण तुहानू एक डॉक्टर ने डिग्री प्राप्त की 10 साल 8 साल जिन्ने भी साल उन्हें ला के MBBS MD की हुण उन्हें पूरी तैयारी करके डिग्री मिल गई। हुण वो कहते तू जे किसी हॉस्पिटल अगर उसकी प्रैक्टिस नहीं करेगा तो तेरा कोई काम नहीं है। फिर वो की करता है? प्रैक्टिस करता है, उद्यम करता है। हुण गुरु साहब कहते हैं हुण तू आ गया सर्व खंड विच। खाली ज्ञान होना कि पाठ दे विच बड़ी ताकत है, गुरबाणी में बड़ी ताकत है, संगत करोगे तो बड़ा कुछ होएगा, बस यही उसे सुनांगे, नहीं कम बनना। फिर संगत विच जाके जपिए सतनाम श्री वाहेगुरु। फिर सानू सवेरे उठ के उठ फरीदा उजू साज, सुबह निवाज गुजार, जो सिर साई ना निवे सो सिर कप उतार। फिर उतार दे कप, वो सीस ही उतार दे जे वो तेरा शरीर जिहड़ा सीस परमात्मा अगे नहीं चुकता। तो गुरु साहब इत्थे ये कह रहे हैं कि फिर की होंदा है? शर्म खंड की बाणी रूप शर्म, वैसे मेहनत उद्यम। फिर हुण तीजा खंड आ गया है। महाराज कहते हैं उहदे विच ना उहदी बाणी उहदी बनावट है ना जिहड़ी रूप सोहनी हो जाती है। हुण देखण नूं सोहना लगता है। देखो बनावट कितनी अच्छी हो जाती है जदों उस परमात्मा बारे पता लगता है, उसके उत्ते फिर चलता है उस मुताबक, रूप अच्छा निकल आंदा है उहदा। देखो 2 तरह के रूप ने साडे। एक रूप ऐसा है बाहरों बड़ा सोहना है, अंदरों कुछ अज्जा है।
ਕਈ ਵਾਰੀ ਅਸੀਂ ਧੀਆਂ ਭੈਣਾਂ ਦੇ ਰਿਸ਼ਤੇ ਕਰਨੇ ਆ, ਮੁੰਡਾ ਬਾਹਰੋਂ ਬੜਾ ਸੋਹਣਾ ਲੱਗਦਾ ਹੈ, ਬੜਾ ਹੀ, ਸਾਰੇ ਕਹਿੰਦੇ ਨੇ ਬੜਾ ਸੋਹਣਾ ਮੁੰਡਾ ਹੈ, ਤੇ ਕਹਾਵਤ ਹੈ ਕਿ ਰਾਹ ਪੇ ਜਾਣੀ ਹੈ ਕਿ ਵਾਹ ਪੇ ਜਾਣੀ ਹੈ। ਜਦੋਂ ਬੱਚੀ ਵਿਆਹੀ ਜਾਂਦੀ ਹੈ ਫਿਰ ਬਾਅਦ ਚੋਂ ਪਤਾ ਲੱਗਦਾ ਅੰਦਰੋਂ ਤੇ ਨੀਰਾ ਕੁਚੱਜਾਪਣ ਹੈ, ਕਰੂਪ ਹੈ। ਉਹ ਬਾਹਰ ਦਾ ਰੂਪ ਸੀ, ਜਿਹਨੂੰ ਮਾਰੇ ਕਿਹਾ ਜੀਓ ਮੈਲੇ ਬਾਹਰੋਂ ਨਿਰਮਲ। ਤੇ ਕਈ ਐਸੇ ਹੁੰਦੇ ਨੇ ਬਾਹਰੋਂ ਸੋਹਣੇ ਨਹੀਂ ਹੁੰਦੇ ਪਰ ਅੰਦਰੋਂ ਸੋਹਣੇ ਹੁੰਦੇ ਨੇ। ਇਹ ਜਿਹੜੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ, ਅੰਦਰ ਦੇ ਸੋਹਣੇ ਦੀ ਪੂਰਨਾ ਦੀ ਕਰ ਰਹੇ ਨੇ। ਤੇਰੀ ਬਨਾਵਟ ਹੈ ਨਾ ਜਿਹੜੀ ਆਤਮਾ ਦੀ, ਉਹ ਸੋਹਣੀ ਹੋ ਜਾਏਗੀ। ਅੱਜ ਕਿਉਂ ਰਿਸ਼ਤੇ ਟੁੱਟਦੇ ਨੇ? ਬਾਹਰਲੀ ਰੂਪ ਅਸੀਂ ਵੇਖ ਕੇ ਕਰ ਦਿੰਦੇ ਹਾਂ। ਅਸੀਂ ਕਿਸੇ ਨੇ ਪੁੱਛਿਆ ਬੱਚਿਆ ਤੂੰ ਅੰਮ੍ਰਿਤ ਛਕਿਆ? ਅਸੀਂ ਪੁੱਛਿਆ ਕਦੀ ਤੂੰ ਬੱਚਿਆ ਤੂੰ ਅੰਮ੍ਰਿਤ ਵੇਲੇ ਜਾ ਕੇ ਨੇਮ ਕਰਨਾ? ਅਸੀਂ ਕਦੀ ਪੁੱਛਿਆ ਤੂੰ ਸਤ ਸੰਗਤ ਕਰਨਾ? ਨਹੀਂ ਜੀ, ਮਾਇਆ ਬਹੁਤ ਹੈ, ਸੋਹਣਾ ਬਹੁਤ ਹੈ, ਪਰਿਵਾਰ ਬਹੁਤ ਵੱਡਾ ਹੈ। ਇਹ ਤਾਂ ਤਦ ਪਤਾ ਲੱਗਦਾ ਜੇ 6 ਮਹੀਨਿਆਂ ਬਾਅਦ ਧੀ ਘਰ ਆਈ ਹੁੰਦੀ ਹੈ। ਮੈਨੂੰ ਖਿਮਾ ਕਰ ਦੇਣਾ। ਮਾਰੇ ਕਹਿੰਦੇ ਨੇ ਉਹ ਵਾਲਾ ਰੂਪ ਨਹੀਂ ਚਾਹੀਦਾ। ਉਸ ਸਰਮਖੰਡ ਦੇ ਅੰਦਰ ਉਹਦੀ ਬਨਾਵਟ ਅੱਛੀ ਹੋਈ ਜਾਂਦੀ ਹੈ, ਕਿਉਂਕਿ ਉਹਨੂੰ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਉਹ ਸਾਰਿਆਂ ਦੇ ਵਿੱਚ ਰੱਬ ਲੱਭਦਾ ਹੈ, ਉਹਦੀ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਤੇ ਮਾਰੇ ਕਹਿੰਦੇ ਨੇ ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਉੱਥੇ ਉਹਦੀ ਘਾੜਤ ਘੜੀ ਜਾਂਦੀ ਹੈ, ਬਹੁਤ ਅਨੂਪ। ਅਨੂਪ ਅਗਰ ਉਹਨੂੰ ਸੰਧੀ ਵਿਛੇਦ ਕਰੀਏ ਨਾ, ਅਨੂਪ ਅਨ ਤੇ ਊਪ। ਊਪ ਹੁੰਦੀ ਉਪਮਾ, ਤੁਲਨਾ, ਜਿਹਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਹਦੀ ਘਾੜਤ ਜਦੋਂ ਕੱਢਣੀ ਹੈ ਨਾ, ਜਿਸ ਤਰ੍ਹਾਂ ਕੋਈ ਬੰਦਾ ਸੋਹਣਾ, ਅਸੀਂ ਕਹਿੰਦੇ ਦੁੱਧ ਵਰਗਾ ਚਿੱਟਾ ਹੈ, ਪਰ ਉਹ ਅਨੂਪ ਆ ਗਿਆ, ਫਿਰ ਉਹਦੀ ਤੁਲਨਾ ਸੀ। ਹੁਣ ਰੱਬ ਦੀ ਕੋਈ ਤੁਲਨਾ ਕਰ ਸਕਦਾ ਕਿ ਰੱਬ ਫਲਾਣੇ ਵਰਗਾ ਹੈ? ਰੱਬ ਵਰਗਾ ਕੋਈ ਹੈ ਹੀ ਨਹੀਂ। ਰੱਬ ਵਰਗਾ ਰੱਬ ਹੀ ਹੈ, ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜਿਹਦੀ ਬਨਾਵਟ, ਜਿਹਦਾ ਰੂਪ, ਜਿਹਦੇ ਆਪਣੇ ਮਨ ਦੀ ਘਾੜਤ ਚੰਗੀ ਕਰ ਲਈਏ, ਮੱਤ ਦੀ ਘਾੜਤ ਚੰਗੀ ਕਰ ਲਈਏ, ਉਹਦਾ ਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੀ ਉਪਮਾ ਫਿਰ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਤੋ ਮਹਾਰਾਜ ਕਹਿੰਦੇ ਨੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਇੱਥੇ ਗਲਾ ਨਹੀਂ ਪੜਨਾ, ਅੱਖਰ ਗਲਾ ਲਿਖਿਆ, ਇੱਥੇ ਗੱਲਾਂ ਬਿੰਦੀ ਲਾ ਕੇ। ਕਈ ਵਾਰੀ ਅਸੀਂ ਦੱਸਦੇ ਨੇ ਕਿ ਕਈ ਜਗ੍ਹਾ ਤੇ ਬਿੰਦੀ ਲਾਣੀ ਜ਼ਰੂਰੀ, ਗੱਲਾਂ ਦੇ ਅੱਖਰ ਹੀ ਕੋਈ ਨਹੀਂ। ਗਲਾ ਦਿਆ ਹੋ ਗਿਆ, ਗਲਾ ਜਿਹੜਾ ਮੈਂ ਬੋਲ ਰਿਹਾ। ਇੱਥੇ ਮਾਰੇ ਕਹਿੰਦੇ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ। ਉਸ ਬੰਦੇ ਦੀਆਂ ਜਿਹੜੀਆਂ ਸਰਮਖੰਡ ਵਿੱਚ ਪਹੁੰਚ ਗਿਆ, ਉਹਦੀਆਂ ਗੱਲਾਂ ਨੂੰ ਕੋਈ ਦੱਸ ਨਹੀਂ ਸਕਦਾ। ਜੇ ਕੋ ਕਹੈ, ਕਹੇ ਨਹੀਂ ਕਹਿਣਾ, ਜੇ ਕੋ ਕਹੈ ਪਿਛੈ ਪਛਤਾਏ। ਅਗਰ ਕੋਈ ਉਹਦਾ ਕੋਈ ਬਿਆਨ ਕਰਨਾ ਵੀ ਚਾਹੇ, ਉਹ ਫਿਰ ਬਾਅਦ ਵਿੱਚੋਂ ਪਛਤਾਉਂਦਾ ਹੈ ਕਿ ਮੈਂ ਇੱਕ ਸੂਰਜ ਨੂੰ ਮੋਮਬੱਤੀ ਦਿਖਾ ਰਿਹਾ, ਪਿੱਛੇ ਪੜ੍ਹ ਕੇ ਆਇਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਜ਼ ਕਲਮ ਨਾਲ ਲਿਖਣ ਹਾਰ, ਮੰਨੇ ਕਾ ਵਿਆਕਰਨ ਵਿਚਾਰ। ਉਸ ਦੀਆਂ ਗੱਲਾਂ ਨੂੰ ਕੋਈ ਵਿਚਾਰ ਨਹੀਂ ਕਰਕੇ ਦੱਸ ਸਕਦਾ। ਜੇ ਕੋਈ ਕਵੇ ਕਿ ਮੈਂ ਸਰਮਖੰਡ ਵਾਲੇ ਦੀ ਅਵਸਥਾ ਦੱਸ ਸਕਣਾ ਵਾ, ਮਾਰੇ ਕਹਿੰਦੇ ਨੂੰ ਬਾਅਦ ਚੋਂ ਪਛਤਾਣਾ ਹੀ ਉਹਦੇ ਹੱਥ 'ਚ ਆਉਣਾ ਹੈ। ਤਿੱਥੈ ਘੜੀਏ ਸੁਰਤ ਮਤ ਮਨ ਬੁੱਧ। ਉਸ ਅਵਸਥਾ ਵਿੱਚ ਉਹਦੀਆਂ ਸਾਰੀਆਂ ਚੀਜ਼ਾਂ ਘੜੀਆਂ ਜਾਣਗੀਆਂ। ਗੁਰੂ ਸਾਹਿਬ ਕਹਿੰਦੇ ਨੇ ਉਹਦੀ ਸੁਰਤ ਵੀ, ਉਹਦਾ ਹੀ ਮਤ, ਇਹ ਸਾਰੇ ਜੋਗੀਆਂ ਦੇ ਵਰਤੇ ਹੋਏ ਅੱਖਰ ਨੇ। ਸੁਰਤ, ਮਤ, ਮਨ, ਬੁੱਧ, ਇਹ ਜੋਗੀ ਅਕਸ਼ਰ ਇਹਨਾਂ ਨੂੰ ਵਰਤਦੇ ਸਨ। ਮਹਾਰਾਜ ਕਹਿੰਦੇ ਨੇ ਜੇ ਤੁਸੀਂ ਅਗਰ ਪਰਮਾਤਮਾ ਦੇ ਘਰ ਦੇ ਵਿੱਚ ਆ ਕੇ ਸਰਮਖੰਡ ਵਿੱਚ ਆ ਗਏ ਹੋ ਨਾ, ਤੇ ਤੁਹਾਡੀ ਨਾ ਘਾੜਤ ਘੜੀ ਜਾਣੀ ਹੈ। ਇਹ ਹੁਣ ਤੁਸੀਂ ਸੰਗਤ ਵਿੱਚ ਆਉਂਦੇ ਹੋ ਨਾ, ਇਹ ਤੁਹਾਡੀ ਨਾ ਘਾੜਤ ਹੀ ਘੜੀ ਜਾ ਰਹੀ ਹੈ। ਤੁਹਾਡੇ ਸੁਰਤ ਦੀ, ਮਤ ਦੀ, ਮਨ ਦੀ, ਬੁੱਧੀ ਦੀ, ਮਾੜੀ ਬੁੱਧੀ, ਚੰਗੀ ਬੁੱਧੀ ਦੀ। ਹੋਰ ਸੌਖਾ ਲੈ ਲਈਏ, ਇੱਕ ਪੱਥਰ ਹੈ, ਕੋਈ ਵੈਲਿਊ ਨਹੀਂ ਉਹਦੀ, ਰੋਡ ਤੇ ਪਿਆ ਪੱਥਰ, ਪਰ ਕਿਸੇ ਮੂਰਤੀਕਾਰ ਦੇ ਹੱਥ ਆ ਗਿਆ, ਉਹ ਘਰ ਲਿਆ ਗਿਆ ਉਸ ਪੱਥਰ ਨੂੰ। ਉਹਨੇ ਛੈਣੀ ਥੋੜੀਆਂ ਲੈ ਕੇ, ਔਜ਼ਾਰ ਲੈ ਕੇ ਉਸ ਪੱਥਰ ਨੂੰ ਘੜਨਾ ਸ਼ੁਰੂ ਕਰ ਦਿੱਤਾ ਹੈ। ਉਹ ਪੱਥਰ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ। ਕੀ ਹੋਇਆ ਕਿ ਉਸ ਪੱਥਰ ਨੇ ਉਹਨੇ ਇਤਨਾ ਖੂਬਸੂਰਤ ਕਰ ਦਿੱਤਾ, ਉਹਨੇ ਇੰਨੀ ਸੋਹਣੀ ਉਹਦੀ ਮੂਰਤ ਕੱਢ ਦਿੱਤੀ, ਮੂਰਤੀ ਬਣਾ ਦਿੱਤੀ। ਮੈਂ ਨਹੀਂ ਕਿ ਮੈਂ ਮੂਰਤੀ ਨਾਲ ਜੋੜਨ ਦੀ ਗੱਲ ਕਰ ਰਿਹਾ, ਇੱਕ ਉਦਾਹਰਨ ਦੇ ਰਿਹਾ। ਐਸੀ ਮੂਰਤੀ ਬਣਾ ਦਿੱਤੀ
जिस पत्थर के उत्ते लोकी पैर ठोकर मार के जाते सन, अज वो पत्थर मूर्ति बन के ते मंदिर भी पूजन योग हो गया। क्यों? कि ਉਹਦੇ ਵਿੱਚੋਂ ਉਹਦਾ फालतू समान सी ना ਜਿਹੜਾ ਉਹ निकल गया, ਉਹਨੇ ਭੁਰ ਦਿੱਤਾ, ਉਹਨੇ ਕੱਢ ਦਿੱਤਾ ਤੇ ਉਹਦੀ ਸ਼ਕਲ ਬਣ ਗਈ। ਸਾਡੇ ਵੀ ਇਸ ਆਤਮਾ ਨੂੰ, ਇਸ ਮਤ ਨੂੰ, ਇਸ ਮਨ ਨੂੰ ਜਨਮਾਂ ਕਰਕੇ, ਜਨਮਾਂ ਦੇ ਪਾਪ ਕਰਕੇ, ਜਨਮ ਜਨਮ ਕੀ ਮਤਲਬ ਜਿਨ ਮੈਲ ਜਿਹੜੀ ਲੱਗੀ ਹੋਈ ਸੀ, ਉਹ ਮੈਲ ਜਦੋਂ ਸੰਗਤ ਵਿੱਚ ਆਉਣਾ ਸੀ ਸ਼ੁਰੂ ਕੀਤਾ, ਸਾਡੀ ਵੀ ਘਾੜਤ ਘੜੀ ਜਾ ਰਹੀ, ਉਹ ਮੈਲ ਉਤਰਤੀ ਜਾ ਰਹੀ ਹੈ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਗੁਰੂ ਰਾਮਦਾਸ, ਨਾਨਕ ਨਾਮ ਧਿਆਇਆ, ਆਦ ਪੁਰਖ ਪ੍ਰਭ ਪਾਇਆ। ਵਡਭਾਗੀ ਹਰ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਇੱਥੇ ਆ ਕੇ ਮਾੜੀ ਮੱਤ ਦੀ ਘਾੜਤ ਘੜੀ ਜਾ ਰਹੀ ਹੈ ਤੁਹਾਡੇ ਵਿੱਚੋਂ ਫਾਲਤੂ ਦਾ ਜਿਹੜਾ ਸਮਾਨ ਹੈ ਨਾ, ਜਿਹੜਾ ਈਰਖਾ, ਦੁਐਸ਼, ਨਿੰਦਾ, ਚੁਗਲੀ, ਹੰਕਾਰ, ਇਹ ਜਿਹੜੇ ਵਿਕਾਰਾਂ ਦੀ ਮੈਲ ਲੱਗੀ ਹੈ ਨਾ, ਉਹ ਮੈਲ ਉਤਰਦੀ ਪਈ ਹੈ। ਇਹ ਚਟਸਾਲ ਹੈ, ਸਤਿਗੁਰ ਸਤ ਸੰਗਤ ਚਟਸਾਲ ਹੈ, ਜਿੱਥੇ ਹਰ ਗੁਣ ਸਿੱਖਾ। ਇੱਥੇ ਸਿੱਖਣਾ ਹੈ। ਜਿਸ ਤਰ੍ਹਾਂ ਇੱਕ ਮੂਰਤੀਕਾਰ ਨੇ ਉਹਦੀ ਫਾਲਤੂ ਦਾ ਸਮਾਨ ਕੱਢ ਕੇ ਇੱਕ ਸੁੰਦਰ ਮੂਰਤ ਬਣਾ ਦਿੱਤੀ, ਗੁਰੂ ਸਾਹਿਬ ਵੀ ਸਾਡੇ ਮਨ ਦੀ ਅਵਸਥਾ ਨੂੰ ਇੱਥੇ ਠੀਕ ਕਰਦੇ ਨੇ। ਮੈਂ ਸਿੱਧੇ ਅਫਸਰ ਨਾਲ ਸੌਖਾ ਹੀ ਕਹਿ ਦਾਂ, ਇਹ ਮਨ ਨੂੰ ਸੁਧਾਰਨ ਦਾ ਇੱਕ ਕੇਂਦਰ ਵੀ ਹੈ। ਇਹ ਗੁਰਦੁਆਰਾ ਵੀ ਹੈ ਤੇ ਉਹ ਮਨ ਦੀ ਵੀ ਸੁਧਾਰਨ ਦਾ ਇੱਕ ਕੇਂਦਰ ਵੀ ਹੈ। ਜਿਹੜਾ ਟੇਢਾ ਡਿੰਗਾ ਵਿੰਗਾ ਸਾਡਾ ਮਨ ਹੋਇਆ ਪਿਆ ਨਾ, ਵੇਖ ਕੇ ਈਰਖਾ, ਦੁਐਸ਼, ਤੰਗ ਦਿਲੀਆਂ, ਮਹਾਰਾਜ ਕਹਿੰਦੇ ਨੇ ਤੇਰੇ ਮਨ ਦੀ ਮੈਂ ਘਾੜਤ ਘੜ ਰਿਹਾ। ਤੇ ਕੀ ਕਹਿ ਰਹੇ ਨੇ? ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਉੱਥੇ ਫਿਰ ਇਹ ਸਾਰੀਆਂ ਚੀਜ਼ਾਂ ਦੀ ਤੇਰੀ ਘਾੜਤ ਘੜੀ ਜਾ ਰਹੀ ਹੈ। ਮੈਨੂੰ ਸਭ ਪਤਾ ਲੱਗ ਗਿਆ ਕਿ ਭਾਈ ਇਹ ਸਭ ਕੁਛ ਮਿਥਿਆ ਹੈ ਸੰਸਾਰ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ। ਜਿਹੜਾ ਮੈਂ ਸੋਨਾ ਛੁਪਾ ਕੇ ਰੱਖਦਾ ਸੀ, ਮੈਂ ਉਹਨੂੰ ਸਭ ਕੁਝ ਸਮਝਦਾ ਸੀ। ਮਹਾਰਾਜ ਕਹਿੰਦੇ ਨੇ ਮੈਨੂੰ ਤਾਂ ਉਹ ਵੀ ਸਮਝ ਆ ਗਈ, ਉਹ ਵੀ ਕੂੜ ਵੀ ਸੋਨਾ ਹੀ, ਸੋਨਾ ਵੀ ਕੂੜ ਹੀ ਹੈ। ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣਹਾਰ, ਜਿਹੜੇ ਪੈਰ ਨੇ ਉਹ ਵੀ ਕੂੜ ਹੀ ਨੇ, ਕਿਉਂਕਿ ਮਿੱਥਿਆ ਵੇ, ਉਹਨੇ ਖਤਮ ਹੋ ਜਾਣਾ। ਕੂੜ ਕਾਇਆ, ਇਹ ਮੈਂ ਕਾਇਆ ਨੂੰ ਵੇਖ ਕੇ ਸਵਾਰਦਾ, ਅਗਰ ਇਸ ਕਾਇਆ ਦੀ ਜਗ੍ਹਾ ਮੈਂ ਮਨ ਨੂੰ ਸਵਾਰਨ ਦਾ ਸਮਾਂ ਲਾਇਆ ਹੁੰਦਾ, ਅੱਜ ਮੇਰੀਆਂ ਧੀਆਂ ਭੈਣਾਂ ਮਿਰਰ ਦੇ ਅੱਗੇ, ਸ਼ੀਸ਼ੇ ਅੱਗੇ ਖੜੇ ਹੋ ਕੇ ਕਿਤਨਾ ਚਿਰ ਸਵਾਰਨ ਨੂੰ ਲਾਉਂਦੀ ਹੈ। ਜੇ ਉਹੀਓ ਸਮਾਂ ਅਸੀਂ ਮਨ ਨੂੰ ਸਵਾਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਲਾਈਏ, ਉਹਦਾ ਲਾਭ ਜ਼ਿਆਦਾ ਨਹੀਂ ਹੋਏਗਾ। ਗੁਰੂ ਸਾਹਿਬ ਸਾਰੀ ਬਾਣੀ ਮਨ ਨੂੰ ਸਵਾਰਨ ਨੂੰ ਕਹਿ ਰਹੇ ਨੇ, ਸਰੀਰ ਨੂੰ ਨਹੀਂ ਕਹਿ ਰਹੇ। ਸਰੀਰ ਨੂੰ ਤੇ ਲਾਨਤ ਪਾ ਰਹੇ ਨੇ, ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया, के कर्म कमाया तू शरीरा जा तू जग में आया। जिन हर तेरा रचन रचिया सो हर मन न वसाया। जिन्हें तेरे रचन रचिया है ਉਹਨੂੰ ਤਾਂ ਤੂੰ ਮਨ ਵਿੱਚ ਵਸਾਇਆ ਨਹੀਂ, ਤੇ ਤੇਰੇ ਸਰੀਰ ਵਿੱਚ ਸਵਾਰਨ ਵਿੱਚ ਤੂੰ ਸਮਾਂ ਲਾ ਦਿੱਤਾ। 4-4 ਘੰਟੇ ਬਿਊਟੀ ਪਾਰਲਰ ਤੇ ਬਹਿ ਕੇ ਸਰੀਰ ਨੂੰ ਸਵਾਰੀ ਜਾ ਰਹੀ ਹੈ, ਕਿਹਨੂੰ ਦਿਖਾ ਰਹੀ ਹੈ? ਤਾਂ ਗੁਰੂ ਸਾਹਿਬ ਕਹਿੰਦੇ ਨੇ ਇਹ ਸਭ ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਇਸੇ ਕਰਕੇ ਸਾਡੀ ਦੋਸਤੀ ਕਿਹਦੇ ਨਾਲ ਹੁੰਦੀ ਹੈ? ਮਾੜੇ ਬੰਦਿਆਂ ਨਾਲ, ਕਿਉਂਕਿ ਸਾਡੇ ਮਨ ਦੀ ਬਿਰਤੀ ਮਾੜੀ ਹੈ ਤੇ ਅਸੀਂ ਮਾੜਿਆਂ ਨੂੰ ਲੱਭਨੇ ਆ। ਜਦੋਂ ਮਾੜੇ ਮਿਲਦੇ ਨੇ, ਜਦੋਂ ਦੋ ਸ਼ਰਾਬੀ ਮਿਲਦੇ ਨੇ ਤੇ ਕਿੰਨਾ ਸਵਾਦ ਆਉਂਦਾ ਉਹਨਾਂ ਨੂੰ, ਉਹ ਬੈਠੇ ਰਹਿੰਦੇ ਨੇ। ਤੇ ਜੇ ਉਹੀ ਮਾੜੇ ਬੰਦੇ ਨੂੰ ਕੋਈ ਸਤ ਸੰਗਤ ਤੇ ਚੱਲੋ, ਕਹਿੰਦਾ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ। ਕਿਉਂ? ਕਿਉਂਕਿ ਅੰਦਰ ਕੂੜ ਹੈ ਤੇ ਉੱਥੇ ਸੱਚ ਦੀ ਗੱਲ ਹੈ। ਤਾਂ ਗੁਰੂ ਸਾਹਿਬ ਨੇ ਕੂੜ ਕੂੜੇ ਨੇਹੋਂ ਲੱਗਾ, ਭੈੜੇ ਦਾ ਭੈੜਿਆਂ। ਤੁਸੀਂ ਹੁਣ ਫਿਲਮ ਦੇਖਣ ਜਾਓ, ਕੋਈ ਮਾੜਾ ਕੰਮ ਦੇਖਣ ਜਾਓ, ਕਿੰਨਾ ਲੋਕੀ ਸਵਾਦ ਲੈ ਕੇ ਦੇਖਦੇ ਨੇ। ਮੈਂ ਬਜ਼ੁਰਗਾਂ ਨੂੰ ਵੀ ਵੇਖਿਆ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ, ਉਹ ਵੀ ਉੱਥੇ 500 ਦੇ ਹਜ਼ਾਰਾਂ ਦੇ ਨੋਟ ਲੁਟਾ ਰਹੇ ਹੁੰਦੇ ਨੇ,
क्योंकि अंदर और बाहर सेम हो गया है, कूड़ कूड़े नीहों लगा, आपस ही प्यार हो गया दोनों का। तो होया कि विसरिया करतार। तो महाराज कहते हैं ये जड़ियाँ चीज़ां ने ना, ये तो नच्चन कुदन मनका चाओ। सिख अमृतधारी हो के रोडां ते नचदा चंगा नहीं लगता, किरपान पाई होए तो असीं नचदे होईए, ये तो मनका चाओ है। तो गुरु साहब कहते हैं किस नाल कीचे दोस्ती सब चक चलन हार। मनु ज्ञान खंड च महाराज ने दस दिता, ये जो कुछ भी तू देख रहा है सब बिनसन हार है, तो एक दिन सब ने चले जाना है। कूड़ डोबे पूर कूड़ नानक वखाने बेनती, तुद बाज कूड़ो 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 कूड़। हर एक च कूड़ है, सब झूठ है। तो महाराज ने सर्व खंड च क्या है, तू अपने मन नूं सवार, अपने सुरत नूं सवार, अपनी बुद्धि विच, अपने अंतेकरण विच चंगियां चीज़ां पा। सत संगत विच आके जप सतनाम श्री वाहिगुरु, ते की होएगा, तिथे घड़िए सुरां सिद्धां की सुध, ओदी सुध ओदी बुद्ध पता किहो जी हो जाएगी, देवते ते सिद्धां वर्गी हो जाएगी, भाव उच्ची बिरती हो जाएगी। ये नहीं कि मैं सिद्ध हो जाऊँगा या देवता हो जाऊँगा। देवता तो भाव ये होंदा है कि ओदी बिरती, एक देवते तो की है जिहड़ा किसी नूं देण वाला, ओदी मन की बिरती होगी मैं देना ही देना है, मैं किसी को लैना नहीं है, ओदी बिरती देवतियां वर्गी हो जाती है। तो महाराज ने इस सरम खंड के अंदर सानू उद्यम करने वास्ते कहा है। जदों सानू परमात्मा बारे नॉलेज हो गई, फिर सानू उद्यम करना पेगा। उद्यम करेंदियां जियो तू कमाउंदियां सुख पुंच। अगर असी उद्यम करांगे, उद्यम करत आनंद पिया, सिमरत सुख सार, जप जप नाम गोबिंद का पूर्ण विचार। तो इस करके महाराज कहते हैं जे सरम खंड विच आया है, ਵੱਧ ਤੋਂ ਵੱਧ ਮਿਹਨਤ ਕਰ। ਜਦੋਂ ਤੁਸੀਂ ਮਿਹਨਤ ਕਰੋਗੇ, ਹੁਣ ਇੱਕ ਬੱਚਾ ਮਿਹਨਤ ਕਰਦਾ ਹੈ, ਪੂਰਾ ਸਾਲ ਪੜ੍ਹਦਾ ਹੈ, ਜਦੋਂ ਉਹਦੇ ਐਗਜ਼ਾਮ ਹੁੰਦੇ ਨੇ, ਉਹਦਾ ਰਿਜ਼ਲਟ ਆਉਂਦਾ ਹੈ, ਫਿਰ ਕੀ ਹੁੰਦਾ ਉਹਦੇ ਉੱਤੇ? ਪਰਮਾਤਮਾ ਬਖਸ਼ਿਸ਼ ਕਰਦਾ ਹੈ। ਤੇ ਸਾਡੇ ਉੱਤੇ ਫਿਰ ਜਦੋਂ ਤੁਸੀਂ ਮਿਹਨਤ ਕਰ ਰਹੇ ਹੋ, ਅੰਮ੍ਰਿਤ ਵੇਲੇ ਜਾਗ ਰਹੇ ਹੋ, ਉਹਦਾ ਨਾਮ ਜਪ ਰਹੇ ਹੋ, ਫਿਰ ਤੁਹਾਡਾ ਜਿਹੜਾ ਖੰਡ ਖੁੱਲ੍ਹੇਗਾ ਨਾ, ਉਹ ਕਰਮ ਖੰਡ ਖੁੱਲ੍ਹੇਗਾ, ਜਿਹੜਾ ਗੁਰੂ ਮਹਾਰਾਜ ਅਗਲੇ ਹਫਤੇ सेवा लैन जे सवास बख्शणगे। तो असी सारे मिल बैठ के असी करम खंड की ते सचखंड की यात्रा इक्को पौड़ी विच है। असी उहदी यात्रा गुरु साहब जिथे सानू अखरां राही करवा रहे ने, सुनन राही करवा रहे ने, कित्थे उन्होंने असी इंप्लीमेंट भी कर दईए, अमली जामा भी उन्होंने पवा दईए, तो तां बड़ा लाभ हो जाएगा। चलो जिहड़े चले ने एक दिन पहुँचणगे भी। मैं नहीं कहता कि सारे असी पहुँच गए हाँ, चलो जिहड़ा पहुँचेगा तो उही जड़ा चलेगा, जड़ा चलिया ही नहीं तो उन्हें पहुँचना कित्थों है। तुसी चल पे हो तो कोई कित्थे पहुँच गया, कोई कित्थे पहुँच गया, चले तो है हो ना। ये उद्यम तो तुसी कर ही रहे हो ना। अगों बांह फड़नी गुरु का काम है। असी घरों निकल गए हाँ, हुण राख प्रभु भावें मार, हुण तेरे हाथ च तू इनू रख। जब हम शरण प्रभु की आई, फिर भावें तू रख भावें मार। अब हम चली ठाकुर पे हार, मैं तो तेरे कोल आ गया, हुण तू रख भावें मार। तो गुरु साहब ने साडू ये उत्ते बख्शिश की है, तो असी ये बख्शी नूं संभालीए।